देश ਅਤੇ ਵਿਦੇਸ਼ਾਂ ਦੇ ਸਾਰੇ ਦਰਸ਼ਕਾਂ ਦਾ ਗੁਰਵੇਲ ਸਿੰਘ ਵੱਲੋਂ ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਸਵਾਗਤ। ਸਾਧ ਸੰਗਤ ਜੀ, ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਵਿਦਵਾਨਾਂ ਨੂੰ ਬੁਲਾ ਕੇ ਆਪ ਜੀ ਦੇ ਰੂਬਰੂ ਕਰਦੇ ਹਾਂ ਅਤੇ ਉਹਨਾਂ ਦੇ ਨਾਲ ਅਸੀਂ ਕਰਦੇ ਹਾਂ ਗੁਰਮਤਿ ਵਿਚਾਰਾਂ ਦੀ ਸਾਂਝ। ਅਤੇ ਅੱਜ ਮੈਨੂੰ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਕਿ ਮੇਰੇ ਨਾਲ ਬੈਠੇ ਹੋਏ ਨੇ ਸਰਦਾਰ ਹਰਪ੍ਰੀਤ ਸਿੰਘ ਜੀ, ਜੋ ਕਿ ਗੁਰੂ ਨਾਨਕ 5th ਸੈਂਚੁਰੀ ਸਕੂਲ ਮਸੂਰੀ ਦੇ ਵਿੱਚ ਐਜ਼ ਏ ਅਧਿਆਪਕ ਸੇਵਾ ਨਿਭਾ ਰਹੇ ਨੇ। ਗੁਰਮਤਿ ਖਾਸ ਕਰਕੇ ਇਤਿਹਾਸ ਦੇ ਉੱਪਰ ਇਹਨਾਂ ਦੀ ਬਹੁਤ ਲੰਬੀ ਪਕੜ ਹੈ ਔਰ ਇਹਨਾਂ ਨੇ 10 ਗੁਰੂ ਸਾਹਿਬਾਨਾਂ ਦੇ ਜੀਵਨ 'ਤੇ ਰੇਡੀਓ ਖੁਸ਼ੀ 90.4 FM 'ਤੇ ਬਹੁਤ ਹੀ ਭਾਵਪੂਰਤ ਔਰ ਲੰਬੇ ਸਮੇਂ ਤੋਂ ਪ੍ਰੋਗਰਾਮ ਚਲਾ ਰਹੇ ਆ। ਅਤੇ ਅੱਜ ਵੀਰ ਜੀ ਹੋਰਾਂ ਦੇ ਨਾਲ ਸਾਡਾ ਜੋ ਗੱਲਬਾਤ ਦਾ ਵਿਸ਼ਾ ਰਹਿਣਾ ਉਹ ਰਹਿਣਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ, ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਕਿਸ ਤਰ੍ਹਾਂ ਸਭ ਤੋਂ ਮਹਾਨ ਹੈ, ਉਹਨਾਂ ਤੋਂ ਅਸੀਂ ਸਿੱਖਿਆਵਾਂ ਲੈ ਕੇ ਕਿਵੇਂ ਮਹਾਨ ਬਣ ਸਕਦੇ ਹਾਂ। ਅਤੇ ਅੱਜ ਸਾਡੀ ਗੱਲ ਹੋਣੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ 'ਤੇ। ਵੀਰ ਜੀ, ਪ੍ਰੋਗਰਾਮ ਗੁਰਮਤਿ ਵਿਚਾਰ ਵਿੱਚ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਪ ਗਲੋਬਲ TV ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲੇ ਤਾਂ ਮੇਰਾ ਸਵਾਲ ਇਹੀ ਆਉਂਦਾ ਹੈ ਜੀ ਕਿ ਗੁਰੂ ਨਾਨਕ ਪਾਤਸ਼ਾਹ ਜੀ ਦਾ ਜੋ ਪ੍ਰਕਾਸ਼ ਹੈ ਉਹ ਨਨਕਾਣਾ ਸਾਹਿਬ ਦੀ ਧਰਤੀ 'ਤੇ ਹੁੰਦਾ ਹੈ। ਅਤੇ ਉਹਨਾਂ ਦੇ ਬਚਪਨ ਤੋਂ ਆਪਾਂ ਗੱਲ ਸ਼ੁਰੂ ਕਰੀਏ ਕਿ ਬਚਪਨ ਦਾ ਜਿਹੜਾ ਹੈ ਉਹਨਾਂ ਦੇ ਦੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਉਹਨਾਂ ਦੇ ਬਚਪਨ ਦੇ ਵਿੱਚੋਂ ਮਿਲਦੀਆਂ, ਕਿਸ ਤਰ੍ਹਾਂ ਦਾ ਬਚਪਨ ਸੀ ਉਹਨਾਂ ਦਾ ਔਰ ਉਹਦੇ ਤੋਂ ਕੀ ਪ੍ਰੇਰਨਾਵਾਂ ਆਪਾਂ ਲੈ ਸਕਦੇ ਹਾਂ। ਸਾਰੇ ਸਿੱਖ ਜਗਤ ਨੂੰ ਇਹ ਪਤਾ ਹੀ ਹੈ ਕਿ ਗੁਰੂ ਨਾਨਕ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਨਨਕਾਣਾ ਸਾਹਿਬ ਵਿਖੇ ਹੋਇਆ। ਪਿਤਾ ਜੀ ਦਾ ਨਾਮ ਮਹਿਤਾ ਕਲਿਆਣ ਜੀ, ਮਾਤਾ ਜੀ ਦਾ ਨਾਮ ਮਾਤਾ ਤ੍ਰਿਪਤਾ ਜੀ ਸੀ ਔਰ ਉਹਨਾਂ ਦੀ ਇੱਕ ਵੱਡੀ ਭੈਣ ਸੀ ਜਿਸ ਦਾ ਨਾਮ ਸੀ ਨਾਨਕੀ ਜੀ। ਔਰ ਉਹ ਨਾਨਕੀ ਜਿਹੜੀ ਗੁਰੂ ਸਾਹਿਬ ਤੋਂ 5 ਸਾਲ ਵੱਡੀ ਸੀ ਔਰ ਪਰਿਵਾਰ ਦੇ ਵਿੱਚ ਸਾਰਿਆਂ ਦਾ ਆਪਸ ਵਿੱਚ ਬਹੁਤ ਪਿਆਰ ਸੀ। ਪਰ ਵੱਡੀ ਭੈਣ ਜੋ ਬੇਬੇ ਨਾਨਕੀ ਸੀ ਉਸ ਦਾ ਆਪਣੇ ਵੀਰੇ ਨਾਨਕ ਨਾਲ ਅਥਾਹ ਪ੍ਰੇਮ ਅਤੇ ਪਿਆਰ ਸੀ। ਹਾਂ ਵੀਰ ਜੀ, ਜਦੋਂ ਤੁਸੀਂ ਇਹ ਗੱਲ ਕਰ ਰਹੇ ਹੋ ਨਾ ਬੀਬੀ ਨਾਨਕੀ ਜੀ ਦਾ ਅਥਾਹ ਪ੍ਰੇਮ ਅਤੇ ਪਿਆਰ ਸੀ, ਅਤੇ ਇੱਕ ਹੋਰ ਵੀ ਚੀਜ਼ ਪ੍ਰਿੰਸੀਪਲ ਸਤਬੀਰ ਸਿੰਘ ਨੇ ਬੜੀ ਪਿਆਰੀ ਲਿਖੀ ਹੈ ਆਪਣੀਆਂ ਕਿਤਾਬਾਂ 'ਚ। ਉਹ ਕਹਿੰਦੇ ਹੈ ਕਿ 65 ਸਾਲ ਵਾਲੇ ਮਹਿਤਾ ਕਾਲੂ ਜੀ ਆਪਣੇ ਪੁੱਤਰ ਦੀਆਂ ਜਿਹੜੀਆਂ ਸਮਰੱਥਾਵਾਂ ਸੀ ਜੋ ਉਹਨਾਂ ਦੀਆਂ ਕਰਨੀਆਂ ਸੀ ਉਹਨਾਂ ਨੂੰ ਨਹੀਂ ਪਛਾਣ ਪਾਏ ਸੀ, ਪਰ 5 ਸਾਲ ਦੀ ਨਾਨਕੀ ਨੇ ਬੱਚੀ ਨੇ ਪਛਾਣ ਲਿਆ ਸੀ। ਅਤੇ ਤੁਸੀਂ ਇਹਨੂੰ ਕਿਵੇਂ ਲੈਂਦੇ ਹੋ? ਕਿਉਂਕਿ ਇੱਕ ਤਾਂ ਪਹਿਲੀ ਗੱਲ ਇਹ ਹੈ ਕਿ ਜੋ ਬੱਚੇ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਜੋ ਔਰਤ ਹੈ, ਔਰਤ ਵਿੱਚ ਇਹ ਗੁਣ ਰੱਬ ਦੀ ਰਮਜ਼ਾਂ ਨੂੰ ਪਛਾਣਨ ਦੇ ਮਰਦਾਂ ਤੋਂ ਕਿਤੇ ਜ਼ਿਆਦਾ ਤਾਂ ਨਹੀਂ ਹੁੰਦੇ। ਇਹ ਗੱਲ ਬਿਲਕੁਲ ਜਿਹੜੀ ਤੁਸੀਂ ਪ੍ਰਿੰਸੀਪਲ ਸਤਬੀਰ ਸਿੰਘ ਜੀ ਦਾ ਹਵਾਲਾ ਦਿੱਤਾ ਇਹ ਬਿਲਕੁਲ ਸਹੀ ਹੈ, ਕਿਉਂਕਿ ਗੁਰਬਾਣੀ ਦੇ ਵਿੱਚ ਵੀ ਇਹ ਲਿਖਿਆ ਆਇਆ ਹੈ ਕਿ ਔਰਤ ਜੋ ਹੈ, ਜੋ ਇਸਤਰੀ ਹੈ, ਉਸ ਦੇ ਵਿੱਚ ਇੱਕ ਪਿਆਰ ਨਾਮ ਦੀ ਮਣੀ ਹੈ। ਕਿਉਂਕਿ ਇਸਤਰੀ ਜੋ ਹੈ ਜੇ ਸਾਡੇ ਘਰ ਵਿੱਚ ਹੁੰਦੀ ਹੈ, ਛੋਟੀ ਹੈ ਤਾਂ ਸਾਡੀ ਭੈਣ ਲੱਗਦੀ ਹੈ, ਵੱਡੀ ਹੈ ਅਤੇ ਅਸੀਂ ਮਾਂ ਦੇ ਬਰਾਬਰ ਜਾਣਦੇ ਹਾਂ। ਪਰ ਜਿਹੜਾ ਗੁਰੂ ਨਾਨਕ ਦੇਵ ਜੀ ਦੇ ਸੰਬੰਧ ਵਿੱਚ ਜਿਹੜਾ ਪਿਆਰ ਹੈ, ਜਿਹੜਾ ਸੰਬੰਧ ਹੈ, ਉਹ ਬੇਬੇ ਨਾਨਕੀ ਜੀ ਦਾ ਬਹੁਤ ਹੀ ਜ਼ਿਆਦਾ ਸੀ। ਕਿਉਂਕਿ ਬੇਬੇ ਨਾਨਕੀ ਨੂੰ ਇੱਕ ਛੋਟਾ ਵੀਰ, ਐਸਾ ਵੀਰ ਮਿਲਿਆ ਜਿਸ ਨੂੰ ਉਹ ਅਥਾਹ ਅਤੇ ਬੇਅੰਤ ਪਿਆਰ ਕਰਦੀ ਸੀ। ਔਰ ਉਸ ਪਿਆਰ ਦੇ ਕਰਕੇ ਹੀ ਜਦੋਂ ਗੁਰੂ ਨਾਨਕ ਸਾਹਿਬ ਵੱਡੇ ਹੁੰਦੇ ਹਨ ਅਤੇ ਉਦਾਸੀਆਂ 'ਤੇ ਜਾਂਦੇ ਹਨ, ਅਤੇ ਉਹ ਇੱਕੋ ਇੱਕ ਭੈਣ ਬੇਬੇ ਨਾਨਕੀ ਸੀ, ਉਹ ਇਹ ਕਹਿੰਦੀ ਸੀ ਕਿ ਵੀਰਾ ਤੂੰ ਜਦੋਂ ਵੀ ਜਾਏਗਾ ਔਰ ਜਦੋਂ ਵੀ ਅਸੀਂ ਤੈਨੂੰ ਇੱਥੇ ਬੈਠੇ ਯਾਦ ਕਰਾਂਗੇ ਅਤੇ ਤੂੰ ਪਲੀਜ਼ ਸਾਡੇ ਕੋਲ ਆ ਕੇ ਜ਼ਰੂਰ ਦਰਸ਼ਨ ਦੇਣੇ, ਸਾਨੂੰ ਛੱਡ ਕੇ ਦੂਰ ਨਾ ਜਾ। ਸੋ ਇਹ ਜਿਹੜਾ ਪਿਆਰ ਹੈ ਭੈਣ ਭਰਾ ਵਾਲਾ, ਇਹ ਬਹੁਤ ਜ਼ਿਆਦਾ ਗੁਰੂ ਸਾਹਿਬਾਨ ਦੇ ਜੀਵਨ 'ਚੋਂ ਦੇਖਦਾ ਹੈ। ਔਰ ਇਹ ਇਤਿਹਾਸ ਪੜ੍ਹਨ 'ਤੇ ਵੀ ਪਤਾ ਸਾਨੂੰ ਚੱਲਦਾ ਹੈ ਕਿ ਕੁਝ ਸਾਖੀਆਂ ਵਿੱਚ ਕਿ ਗੁਰੂ ਸਾਹਿਬ ਜਦੋਂ ਉਦਾਸੀਆਂ 'ਤੇ ਗਏ ਸੀ ਅਤੇ ਬੇਬੇ ਨਾਨਕੀ ਨੇ ਇੱਕ ਵਾਰੀ ਖਾਣਾ ਬਣਾਉਂਦੇ ਹੋਏ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਸੀ, ਆਪਣੇ ਵੀਰੇ ਨੂੰ ਯਾਦ ਕੀਤਾ ਸੀ। ਜਦੋਂ ਉਹਨਾਂ ਨੂੰ ਯਾਦ ਕੀਤਾ ਅਤੇ ਕੁਛ ਹੀ ਮਿੰਟਾਂ ਵਿੱਚ ਇਤਿਹਾਸ ਤੋਂ ਪੜ੍ਹਨ 'ਚ ਪਤਾ ਚੱਲਦਾ ਹੈ ਕਿ ਗੁਰੂ ਨਾਨਕ ਸਾਹਿਬ ਉੱਥੇ ਆਣ ਪਹੁੰਚੇ ਸਨ ਅਤੇ ਆਪਣੀ ਭੈਣ ਦੀ ਹੱਥੀਂ ਬਣੀਆਂ ਰੋਟੀਆਂ ਨੂੰ, ਉਹਨ ਪ੍ਰਸ਼ਾਦੇ ਨੂੰ ਉਸਨੂੰ ਛਕਿਆ ਸੀ। ਅਤੇ ਉਹ ਜਿਹੜੀ ਗੱਲ ਜਿਹੜੀ ਉਦਾਸੀਆਂ ਤੋਂ ਜਾਣ ਤੋਂ ਪਹਿਲਾਂ ਉਹਨਾਂ ਨੇ ਕਹੀ ਸੀ ਕਿ ਜਦੋਂ ਵੀ ਤੁਸੀਂ ਯਾਦ ਕਰੋਗੇ ਸੱਚੇ ਮਨੋਂ ਸੱਚੇ ਦਿਲੋਂ, ਅਸੀਂ ਤੁਹਾਨੂੰ ਜ਼ਰੂਰ ਆ ਕੇ ਦਰਸ਼ਨ ਦੇਵਾਂਗੇ। ਅਤੇ ਗੁਰੂ ਸਾਹਿਬਾਂ ਨੇ ਆਪਣੀ ਭੈਣ ਦਾ ਸਤਿਕਾਰ ਉਸੇ ਤਰ੍ਹਾਂ ਹੀ
ਕੀਤਾ। ਸਤਸੰਗ ਜੀ, ਇਹਦੇ ਨਾਲ ਇਹ ਵੀ ਗੱਲ ਅਸੀਂ ਦੱਸ ਦਈਏ ਕਿ ਗੁਰੂ ਨਾਨਕ ਸਾਹਿਬ ਜੀ ਦਾ ਜੋ ਪਹਿਲਾ ਸਿੱਖ ਹੈ ਉਹ ਗੁਰੂ ਨਾਨਕ ਸਾਹਿਬ ਦੀ ਭੈਣ ਬੀਬੀ ਨਾਨਕੀ ਜੀ ਨੂੰ ਕਿਹਾ ਜਾ ਸਕਦਾ ਹੈ, ਕਿਉਂਕਿ ਉਹਨਾਂ ਦੇ ਪਿਤਾ ਤਾਂ ਗੁਰੂ ਨਾਨਕ ਸਾਹਿਬ ਨੂੰ ਐਜ਼ ਏ ਪੁੱਤਰ ਹੀ ਦੇਖਦੇ ਸੀ ਕਿ ਇਹ ਮੇਰਾ ਬਸ ਕਮਾਊ ਪੁੱਤਰ ਬਣੇ, ਹੋਰ ਕੁਛ ਨਹੀਂ ਚਾਹੀਦਾ। ਪਰ ਬੀਬੀ ਨਾਨਕੀ ਜੀ ਉਹਨਾਂ ਨੂੰ ਐਵੇਂ ਦੇਖਦੀ ਸੀ ਅਤੇ ਉਹ ਪਿਤਾ ਨੂੰ ਕਹਿੰਦੀ ਹੁੰਦੀ ਸੀ, ਪਿਤਾ ਜੀ ਤੁਸੀਂ ਨਹੀਂ ਪਹਿਚਾਣ ਪਾਏ, ਇਹ ਰੱਬ ਦਾ ਰੂਪ ਹੈ ਔਰ ਇਸ ਦੁਨੀਆ ਨੂੰ ਤਾਰਨ ਆਇਆ, ਇਹ ਲੋਕਾਂ ਦੇ ਦੁੱਖ ਤੇ ਭੁੱਖ ਹਰਨ ਆਇਆ। ਤੇ ਜਦੋਂ ਇਹ ਗੱਲ ਆਉਂਦੀ ਹੈ ਤੇ ਹੁਣ ਅਸੀਂ ਗੁਰੂ ਨਾਨਕ ਪਾਤਸ਼ਾਹ ਤੋਂ ਸਿੱਖਿਆਵਾਂ ਦੀ ਗੱਲ ਵੀਰ ਜੀ ਜੇ ਕਰੀਏ ਤੇ ਅੱਜ ਜਿਸ ਤਰ੍ਹਾਂ ਹੁਣ ਕਰੋਨਾ 4 ਚਫੇਰੇ ਪਿਆ ਹੈ, ਭੁੱਖਮਰੀ ਪਈ ਹੋਈ ਹੈ, ਲੋਕਾਂ ਕੋਲ ਖਾਣ ਲਈ ਭੋਜਨ ਨਹੀਂ, ਤੇ ਅੱਜ ਸਿਰਫ ਭਾਰਤ ਹੀ ਨਹੀਂ ਪੂਰੇ ਵਰਲਡ ਦੇ ਜਿਹੜੇ ਆ ਉਹ ਗੌਰਮੈਂਟਸ ਇਹ ਕਹਿ ਰਹੀਆਂ ਨੇ ਕਿ ਐਸੇ ਵਿੱਚ ਸਾਨੂੰ ਮਾਣ ਹੈ ਕਿ ਸਾਡੇ ਕੋਲ ਗੁਰਦੁਆਰੇ ਹੈ ਔਰ ਇਸ ਕਰਕੇ ਕੋਈ ਭੁੱਖਾ ਨਹੀਂ ਮਰੇਗਾ। ਇਹ ਸਾਰੀ ਚੀਜ਼ ਦੀ ਸ਼ੁਰੂਆਤ ਹੁੰਦੀ ਹੈ ਉਹ 20 ਰੁਪਈਆਂ ਤੋਂ ਜਿਹੜੇ ਬਾਬਾ ਕਾਲੂ ਜੀ ਨੇ ਗੁਰੂ ਨਾਨਕ ਸਾਹਿਬ ਨੂੰ ਦਿੱਤੇ ਸੀ, ਅਤੇ ਜਿੱਥੋਂ ਉਹ ਸਾਰੀ ਦੀ ਸਾਰੀ ਜੋ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਦੇ ਦੁੱਖ ਤੇ ਭੁੱਖ ਦੂਰ ਕਰਨ ਲਈ ਇਹ ਜੋ ਸ਼ੁਰੂ ਕੀਤਾ ਸੱਚਾ ਸੌਦਾ, ਉਹਦੇ ਬਾਰੇ ਵੀ ਦਰਸ਼ਕਾਂ ਦੇ ਨਾਲ ਸਾਂਝ। ਬਿਲਕੁਲ ਜ਼ਰੂਰ। ਇਹ ਤੇ ਸਾਖੀ ਇਹ ਉਹ ਸਾਖੀ ਹੈ ਕਿ ਗੁਰੂ ਜੀ ਦੇ ਪ੍ਰਮੁੱਖ ਜੀਵਨ ਦੀਆਂ ਜਿਹੜੀਆਂ ਸਾਖੀਆਂ ਉਹਨਾਂ ਵਿੱਚੋਂ ਇੱਕ ਹੈ। ਘਟਨਾ ਇਸ ਤਰ੍ਹਾਂ ਸ਼ੁਰੂ ਹੁੰਦੀ ਹੈ ਕਿ ਗੁਰੂ ਨਾਨਕ ਸਾਹਿਬ ਜਦੋਂ ਜਵਾਨ ਹੁੰਦੇ ਹਨ ਤੇ ਉਹਨਾਂ ਦਾ ਜ਼ਿਆਦਾ ਧਿਆਨ ਕਾਰੋਬਾਰ ਵਿੱਚ ਨਹੀਂ, ਸਗੋਂ ਉਹਨਾਂ ਦਾ ਧਿਆਨ ਸਿਮਰਨ, ਪ੍ਰਭੂ ਭਗਤੀ ਤੇ ਭਗਤੀ ਭਾਵ ਵਿੱਚ ਹੀ ਲੱਗਿਆ ਰਹਿੰਦਾ ਸੀ। ਪਿਤਾ ਜੀ ਨੇ ਉਹਨਾਂ ਨੂੰ ਭੇਜਿਆ ਗਾਵਾਂ ਮੱਝਾਂ ਚਾਰਨ, ਅਤੇ ਉੱਥੇ ਗਾਵਾਂ ਮੱਝਾਂ ਛੱਡ ਕੇ ਜੰਗਲ ਦੇ ਵਿੱਚ ਆਪ ਇੱਕ ਰੁੱਖ ਦੇ ਹੇਠਾਂ ਬੈਠ ਕੇ ਉਹ ਭਗਤੀ ਅਤੇ ਸਿਮਰਨ ਕਰਨ ਲੱਗ ਜਾਂਦੇ। ਗਾਵਾਂ ਜਿਹੜੀਆਂ ਕਿਸਾਨਾਂ ਦੇ ਖੇਤ ਵੀ ਉਜਾੜ ਦਿੰਦੀਆਂ, ਪਰ ਉਹਨਾਂ ਦਾ ਜਿਹੜਾ ਭਗਤੀ ਭਾਵ ਸੀ ਉਹਨਾਂ ਨੇ ਸਭ ਤੋਂ ਉੱਪਰ ਰੱਖਿਆ। ਹੋਰ ਵੀ ਅਨੇਕਾਂ ਤਰ੍ਹਾਂ ਦੇ ਗੁਰੂ ਜੀ ਨੂੰ ਕੰਮ ਦਿੱਤੇ ਗਏ, ਪਰ ਗੁਰੂ ਜੀ ਨੇ ਕੋਈ ਵੀ ਕੰਮ ਮਨ ਲਗਾ ਕੇ ਨਹੀਂ ਕੀਤਾ, ਕਿਉਂਕਿ ਉਹਨਾਂ ਦੀ ਅੰਦਰਲੀ ਜੋ ਤਾਰ ਸੀ ਉਹ ਨਿਰੰਕਾਰ ਨਾਲ ਜੁੜੀ ਹੋਈ ਸੀ। ਔਰ ਇਹ ਸਭ ਕੁਝ ਦੇਖਦਿਆਂ ਉਹਨਾਂ ਦੇ ਪਿਤਾ ਜੀ ਨੇ ਇਹ ਸੋਚਿਆ ਕਿ ਕਿਉਂ ਨਾ ਗੁਰੂ ਨਾਨਕ ਨੂੰ 20 ਰੁਪਏ ਦੇ ਕੇ ਸੱਚਾ ਸੌਦਾ 20 ਰੁਪਏ ਦੇ ਕੇ ਸੌਦਾ ਮੰਗਵਾਇਆ ਜਾਏ ਅਤੇ ਇਹਨੂੰ ਇੱਕ ਛੋਟੀ ਜਿਹੀ ਦੁਕਾਨ ਖੋਲ੍ਹ ਕੇ ਦੇ ਦਿੱਤੀ ਜਾਏ, ਜਿੱਥੇ ਬੈਠ ਕੇ ਆਪਣਾ ਧੰਦਾ ਜਾਂ ਆਪਣਾ ਕਾਰੋਬਾਰ ਚਲਾਉਂਦਾ ਰਹੇ। ਅਤੇ ਹੋਇਆ ਇਸ ਤਰ੍ਹਾਂ ਕਿ ਗੁਰੂ ਸਾਹਿਬਾਨ ਨੇ ਆਪਣੇ ਦੋਸਤ ਜਿਹੜਾ ਸੀ ਉਹਨਾਂ ਦਾ ਜਿਹੜਾ ਭਾਈ ਮਰਦਾਨਾ ਜੀ, ਉਹਨਾਂ ਨੂੰ ਨਾਲ ਲਿਆ। ਪਿਤਾ ਜੀ ਤੋਂ 20 ਰੁਪਏ ਲੈ ਕੇ ਜਦੋਂ ਉਹ ਚੂੜਖਾਨਾ ਜਗ੍ਹਾ ਨਾਮ ਹੈ ਉੱਥੇ ਜਦੋਂ ਪਹੁੰਚੇ ਤਾਂ ਉਹਦੇ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਕੁਝ ਭੁੱਖੇ ਸਾਧੂ ਮਿਲੇ। ਉਹ ਭੁੱਖੇ ਸਾਧੂ, ਉਹ ਸੰਤ, ਉਹ ਪ੍ਰਭੂ ਪਰਮਾਤਮਾ ਦੀ ਭਗਤੀ ਵਿੱਚ ਲੀਨ ਸਨ, ਪਰ ਉਹਨਾਂ ਨੂੰ ਕਈ ਚਿਰ ਹੋ ਗਿਆ ਸੀ ਪ੍ਰਸ਼ਾਦਾ ਪਾਣੀ ਔਰ ਲੰਗਰ ਖਾਧਿਆਂ ਨੂੰ। ਗੁਰੂ ਸਾਹਿਬ ਜਦੋਂ ਵੀ ਸੰਤ ਮਹਾਂਪੁਰਸ਼ਾਂ ਨੂੰ ਮਿਲਦੇ ਸਨ ਅਤੇ ਉਹਨਾਂ ਨਾਲ ਵਿਚਾਰ ਚਰਚਾ ਜ਼ਰੂਰ ਕਰਦੇ ਸਨ। ਧਾਰਮਿਕ ਵਿਸ਼ਿਆਂ 'ਤੇ ਬਹੁਤ ਵਿਚਾਰਾਂ ਹੁੰਦੀਆਂ ਸਨ, ਅਤੇ ਉਹ ਰਸਤੇ ਵਿੱਚ ਮਿਲੇ ਸਾਧੂ ਸੰਤਾਂ ਨਾਲ ਜਦੋਂ ਧਾਰਮਿਕ ਵਿਚਾਰਾਂ ਕਰਨ ਲੱਗੇ ਅਤੇ ਵਿਚਾਰਾਂ ਕਰਦੇ ਇਹ ਪਤਾ ਚੱਲਿਆ ਕਿ ਉਹ ਸਾਧੂ ਸੰਤ ਕਈਆਂ ਦਿਨਾਂ ਤੋਂ ਭੁੱਖੇ ਹਨ ਔਰ ਉਹਨਾਂ ਕੋਲ ਕਈਆਂ ਕੋਲ ਤਾਂ ਤਨ ਢੱਕਣ ਲਈ ਕੱਪੜਾ ਵੀ ਨਹੀਂ ਹੈ, ਪਰ ਉਹ ਫੇਰ ਵੀ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਵਿੱਚ ਸ਼ੁਕਰ ਗਾ ਰਹੇ ਹਨ। ਗੁਰੂ ਸਾਹਿਬ ਉਹਨਾਂ ਦੇ ਜੀਵਨ ਤੋਂ ਪ੍ਰਭਾਵਿਤ ਵੀ ਹੋਏ ਅਤੇ ਉਹਨਾਂ ਦਾ ਮਨ 'ਚ ਆਇਆ ਕਿ ਇਹ ਜੋ 20 ਰੁਪਏ ਹਨ, ਕਿਉਂ ਨਾ ਇਹਨਾਂ ਦਾ ਸਮਾਨ ਖਰੀਦ ਕੇ, ਲੰਗਰ ਦਾਣਾ ਪਾਣੀ ਜੋ ਵੀ ਹੈ ਉਹ ਖਰੀਦ ਕੇ ਕਿਉਂ ਨਾ ਇਹਨਾਂ ਸਾਧੂਆਂ ਦੀ ਮਦਦ ਕੀਤੀ ਜਾਵੇ, ਤਾਂ ਜੋ ਪ੍ਰਭੂ ਪਰਮਾਤਮਾ ਦਾ ਹਰ ਵਕਤ ਜਸ ਗਾ ਰਹੇ ਹਨ। ਮਰਦਾਨਾ ਜੀ ਨੂੰ ਭੇਜ ਕੇ ਉਹਨਾਂ ਨੇ ਸਾਰਾ ਸਮਾਨ ਮੰਗਵਾਇਆ। ਉਹਨਾਂ ਨੇ ਭੁੱਖੇ ਸਾਧੂ ਸੰਤਾਂ ਨੂੰ ਉਹ ਅਰਪਣ ਕੀਤਾ। ਅਰਪਣ ਵੀ ਬੜੀ ਨਿਮਰਤਾ ਨਾਲ ਕੀਤਾ, ਅਤੇ ਉਹ ਜਦੋਂ ਸਾਧੂ ਸੰਤਾਂ ਨੇ ਇਹ ਕਿਹਾ ਕਿ ਤੁਸੀਂ ਇੰਨਾ ਵੱਡਾ ਦਾਨ ਕਰ ਰਹੇ ਹੋ, ਅਤੇ ਕਹਿੰਦੇ ਜੀ ਇਹ ਦਾਨ ਉਸ ਹਰੀ ਦੇ ਸੇਵਕਾਂ ਦਾ ਕਰ ਰਿਹਾ, ਮੈਂ ਕਿਸੇ ਖਾਸ ਬੰਦੇ ਦਾ ਨਹੀਂ ਕਰ ਰਿਹਾ। ਔਰ ਇਹ ਲੰਗਰ ਉਸ ਵਕਤ ਗੁਰੂ ਜੀ ਨੇ ਕਿਹਾ ਸੀ, ਇਹ ਦਾਨ ਮੇਰੇ ਸਿੱਖ, ਮੇਰੇ ਸ਼ਰਧਾਲੂ ਇਸ ਤਰ੍ਹਾਂ ਹੀ ਜੀਵਨ ਭਰ ਕਰਦੇ ਰਹਿਣਗੇ। ਦੇਖੋ, ਇੱਕ ਹੋਰ ਗੱਲ ਹੈ ਜਿਹੜੀ ਉਹ ਮਨ 'ਚ ਵਿਚਾਰ ਪੈਦਾ ਹੁੰਦਾ ਜਦੋਂ ਤੁਸੀਂ ਇਹ ਗੱਲ ਦੱਸ ਰਹੇ ਹੋ। ਦੁਨੀਆ 'ਤੇ ਇਦੋਂ ਪਹਿਲੇ ਵੀ ਧਰਮ ਹੋਏ ਨੇ, ਸਾਧੂ ਸੰਤ ਰਿਸ਼ੀ ਮੁਨੀ ਪਹਿਲੇ ਵੀ ਹੋਏ ਆ, ਪਰ ਉਹਨਾਂ ਰਿਸ਼ੀ ਮੁਨੀਆਂ ਦਾ ਇੱਕ ਹੀ ਮਕਸਦ ਹੁੰਦਾ ਸੀ ਕਿ ਦੂਰ ਹਿਮਾਲਿਆ 'ਤੇ ਜਾਂ ਪਹਾੜਾਂ ਦੇ ਵਿੱਚ ਬੈਠ ਕੇ ਜਾਂ ਜੰਗਲਾਂ ਦੇ ਵਿੱਚ ਬੈਠ ਕੇ ਬਸ ਭਗਤੀ ਕਰੀ ਜਾਓ। ਪਰ ਗੁਰੂ ਨਾਨਕ ਦੇਵ ਜੀ ਨੇ ਉਸ ਚੀਜ਼ ਨੂੰ ਛੱਡ ਕੇ ਮਾਨਵਤਾ ਦੀ ਸੇਵਾ ਨੂੰ ਅਤੇ ਲੋਕਾਂ ਦੇ ਵਿੱਚ ਇਨਸਾਫ ਨੂੰ ਇਹ ਕਿੰਨਾ ਕੁ ਥਾਂ ਦਿੱਤਾ, ਕਿਉਂਕਿ ਗੁਰੂ ਨਾਨਕ ਦੇਵ ਦੀ ਇਹ ਦੂਸਰਿਆਂ ਤੋਂ ਇੱਕ ਅਲੱਗ ਚੀਜ਼ ਨਜ਼ਰ ਆਉਂਦੀ ਹੈ। ਇਹ ਬਿਲਕੁਲ ਸਹੀ ਗੱਲ ਹੈ ਕਿ ਗੁਰੂ ਨਾਨਕ ਸਾਹਿਬ ਦੇ ਜੀਵਨ ਤੋਂ ਬਾਅਦ ਉਹਨਾਂ ਨੇ ਇਹ ਜਿਹੜੀ
ਭਗਤੀ ਕਰਨ ਦੀ ਇੱਕ ਭਾਵਨਾ ਜਾਂ ਰੀਤ ਸੀ ਕਿ ਜੰਗਲਾਂ ਅਤੇ ਪਹਾੜਾਂ 'ਚ ਜਾ ਕੇ ਬੈਠਣਾ, ਉਹਨੂੰ ਨਕਾਰ ਕੇ ਗੁਰੂ ਸਾਹਿਬਾਂ ਨੇ ਗ੍ਰਸਤ ਜੀਵਨ ਸ਼ੁਰੂ ਕੀਤਾ ਜੀ। ਗ੍ਰਸਤ ਜੀਵਨ ਸ਼ੁਰੂ ਕੀਤਾ ਔਰ ਗ੍ਰਸਤੀ ਦੇ ਵਿੱਚ ਇਹ ਕਿਹਾ ਕਿ ਇੱਕ ਜਿਹੜਾ ਇਨਸਾਨ ਹੈ ਉਹ ਗ੍ਰਸਤ ਵੀ ਚਲਾਏਗਾ, ਆਪਣਾ ਘਰ-ਬਾਰ ਦੀਆਂ ਜ਼ਿੰਮੇਦਾਰੀਆਂ ਵੀ ਨਿਭਾਏਗਾ, ਪਰ ਨਾਲ ਹੀ ਨਾਲ ਉਸ ਪ੍ਰਭੂ ਪਰਮਾਤਮਾ ਨਾਲ ਵੀ ਜੁੜਿਆ ਰਹੇਗਾ। ਜਿਵੇਂ ਕਮਲ ਦਾ ਫੁੱਲ ਹੁੰਦਾ ਹੈ, ਉਹ ਚਿੱਕੜ 'ਚ ਉੱਗਦਾ ਹੈ ਅਤੇ ਪਰ ਉਹ ਜਦੋਂ ਉਹਨੂੰ ਦੂਰੋਂ ਦੇਖੀਏ ਉਸਦੀ ਸੁਗੰਧੀ ਜਿਹੜੀ ਹੈ ਉਹ ਬਹੁਤ ਸੁੰਦਰ ਅਤੇ ਬੜੀ ਚੰਗੀ ਲੱਗਦੀ ਹੈ। ਇਸੇ ਤਰ੍ਹਾਂ ਗੁਰੂ ਜੀ ਨੇ ਕਿਹਾ ਕਿ ਗ੍ਰਸਤ ਜਿਹੜਾ ਹੈ ਉਹ ਸਾਡਾ ਇੱਕ ਚਾਹੇ ਚਿੱਕੜ ਦੇ ਰੂਪ ਵਿੱਚ ਹਾਂ, ਕਮੀਆਂ ਪੇਸ਼ੀਆਂ ਮਜਬੂਰੀਆਂ ਤੰਗੀਆਂ ਬਹੁਤ ਹੋਣਗੀਆਂ, ਪਰ ਮੇਰਾ ਸਿੱਖ ਮੇਰਾ ਸ਼ਰਧਾਲੂ ਉਹਨਾਂ ਕਮੀਆਂ ਉਹਨਾਂ ਤੰਗੀਆਂ ਉਹਨਾਂ ਦੁੱਖਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਉਸ ਅਕਾਲ ਪੁਰਖ ਵਾਹਿਗੁਰੂ ਨਾਲ ਜੁੜੇਗਾ। ਅਤੇ ਸੋ ਗੁਰੂ ਜੀ ਨੇ ਇਹ ਕਿਹਾ ਕਿ ਘਰ ਛੱਡ ਕੇ ਨਹੀਂ ਜਾਣਾ, ਦੂਰ ਨਹੀਂ ਜਾਣਾ, ਜੰਗਲਾਂ 'ਚ ਨਹੀਂ ਜਾਣਾ, ਘਰੇ ਰਹਿ ਕੇ ਆਪਣੇ ਮਨ ਦੇ ਅੰਦਰ ਹੀ ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਨੂੰ ਪਾਉਣਾ ਹੈ। ਔਰ ਗੁਰੂ ਜੀ ਨੇ ਉਹਨਾਂ ਨੂੰ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਾਇਆ ਔਰ ਸਾਹਮਣੇ ਦੁਨੀਆ ਦੇ ਪ੍ਰਤੱਖ ਹੋ ਕੇ ਵੀ ਦਿਖਾਇਆ ਜੀ। ਇਸੇ ਨੂੰ ਵੀ ਸਤਿਗੁਰਾਂ ਨੇ ਇੱਦਾਂ ਕਿਹਾ ਹੈ, ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਾਹ ਬੈਸਣ ਪਾਈਏ, ਕਿ ਅਸੀਂ ਇਸ ਦੁਨੀਆ 'ਚ ਰਹਿੰਦਿਆਂ ਹੋਇਆਂ ਸੇਵਾ ਕਰ ਸਕਦੇ ਹਾਂ। ਇਸ ਦੁਨੀਆ 'ਚ ਰਹਿ ਕੇ ਸਭ ਕੁਛ ਚੰਗਾ ਕੀਤਾ ਜਾ ਸਕਦਾ। ਇੱਕ ਹੋਰ ਵੀ ਚੀਜ਼ ਆਉਂਦੀ ਹੈ, ਪਹਿਲੇ ਸਾਧੂ ਸੰਤ ਇਹ ਕਹਿੰਦੇ ਹੁੰਦੇ ਸੀ ਕਿ ਸਾਡਾ ਤਾਂ ਕੰਮ ਭਗਤੀ ਕਰਨਾ, ਕੋਈ ਮਰੇ ਕੋਈ ਜੀਵੇ, ਕੋਈ ਕਿਸੇ ਨੂੰ ਲੁੱਟੇ ਕੋਈ ਖਾਵੇ, ਕੋਈ ਜੋ ਮਰਜ਼ੀ ਕਰੇ, ਸਾਡਾ ਕਿਸੇ ਨਾਲ ਕੋਈ ਵਾਸਤਾ ਨਹੀਂ। ਪਰ ਗੁਰੂ ਨਾਨਕ ਦੇਵ ਜੀ ਨੇ ਤੇ ਇੱਕ ਹੋਰ ਕੰਮ ਬੜਾ ਵਧੀਆ ਕੀਤਾ। ਉਹਨਾਂ ਨੇ ਕਿਹਾ ਮੈਂ ਭਗਤੀ ਵੀ ਕਰਾਂਗਾ, ਪਰ ਭਗਤੀ ਕਰਨ ਤੋਂ ਬਾਅਦ ਮੈਂ ਜਿਹੜੇ ਮਿਹਨਤ ਕਰਨ ਵਾਲੇ ਭਾਈ ਲਾਲੋ ਵਰਗੇ ਹੈ ਉਹਨਾਂ ਦੇ ਨਾਲ ਮੈਂ ਖੜਾਂਗਾ, ਅਤੇ ਜਿਹੜੇ ਵਿਹਲੀਆਂ ਖਾਣ ਵਾਲੇ ਜਾਂ ਲੋਕਾਂ ਨੂੰ ਲੁੱਟਣ ਵਾਲੇ ਮਲਕ ਭਾਗੋ ਵਰਗੇ ਆ ਉਹਨਾਂ ਦਾ ਮੈਂ ਵਿਰੋਧ ਕਰਾਂਗਾ। ਇਹ ਗੁਰੂ ਨਾਨਕ ਦੇਵ ਜੀ ਦੇ ਫਲਸਫੇ ਨੂੰ ਕਿਵੇਂ ਲੈਂਦੇ ਹੋ ਤੁਸੀਂ? ਗੁਰੂ ਨਾਨਕ ਦੇਵ ਜੀ ਦਾ ਜੋ ਫਲਸਫਾ ਉਹ 3 ਸਿਧਾਂਤਾਂ 'ਤੇ ਟਿਕਿਆ ਹੈ। ਉਹਨਾਂ 'ਚੋਂ ਪਹਿਲਾ ਸਿਧਾਂਤ ਹੈਗਾ ਕਿਰਤ ਕਰਨੀ, ਦੂਸਰਾ ਸਿਧਾਂਤ ਹੈ ਨਾਮ ਜਪਣਾ, ਅਤੇ ਤੀਸਰਾ ਹੈ ਵੰਡ ਕੇ ਛਕਣਾ ਜੀ। ਇਹ ਗੁਰੂ ਨਾਨਕ ਸਾਹਿਬ ਦੇ ਜੀਵਨ ਦਾ ਸਿਧਾਂਤ ਹੈ ਜਿਹੜਾ 10 ਗੁਰੂ ਸਾਹਿਬਾਂ ਨੇ ਅਪਣਾਇਆ ਅਤੇ ਉਸ ਨੂੰ ਪੀੜ੍ਹੀ ਦਰ ਪੀੜ੍ਹੀ ਅੱਗੇ ਚਲਾਇਆ, ਔਰ ਉਹੀ ਸਿਧਾਂਤ ਅੱਜ ਦੇ ਸਿੱਖ ਵੀ ਜਿਹੜੇ ਹਨ ਉਹ ਉਸ ਨੂੰ ਅਪਣਾ ਰਹੇ ਨੇ। ਅਤੇ ਗੁਰੂ ਨਾਨਕ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਦੇ ਕਾਰਨ ਹੀ ਉਹਨਾਂ ਸਿੱਖਾਂ ਦਾ, ਉਹਨਾਂ ਸ਼ਰਧਾਲੂਆਂ ਦਾ ਗੁਰੂ ਜੀ ਦੀ ਕਿਰਪਾ ਨਾਲ ਅੱਜ ਵੀ ਨਾਮ ਚਮਕ ਰਿਹਾ ਹੈ। ਔਰ ਮੈਂ ਇਹ ਸਿਧਾਂਤਾਂ ਨੂੰ ਥੋੜ੍ਹਾ ਡਿਫਾਈਨ ਕਰਨਾ ਚਾਹਾਂਗਾ ਕਿ ਕਿਰਤ ਕਰਨਾ, ਕਿ ਜੋ ਤੁਹਾਡਾ ਆਕੂਪੇਸ਼ਨ ਹੈ, ਜੋ ਤੁਹਾਡਾ ਕੰਮ ਹੈ, ਤੁਸੀਂ ਉਸ ਨੂੰ ਸੱਚੇ ਮਨ ਅਤੇ ਸੱਚੇ ਤਰੀਕੇ ਨਾਲ, ਨੀਅਤ ਨਾਲ, ਸੱਚੀ ਨੇਕ ਨੀਅਤ ਨਾਲ ਉਸ ਨੂੰ ਕਰਨਾ ਹੈ। ਜਦੋਂ ਤੁਸੀਂ ਨੇਕ ਨੀਅਤ ਹੀ ਆਪਣੇ ਕਾਰੋਬਾਰ ਦੇ ਵਿੱਚ ਪਾਉਂਦੇ ਹੋ ਅਤੇ ਤੁਹਾਨੂੰ ਤਰੱਕੀਆਂ ਉਸ ਪ੍ਰਭੂ ਪਰਮਾਤਮਾ ਵੱਲੋਂ ਮਿਲਦੀਆਂ ਹਨ। ਅਤੇ ਦੂਸਰਾ ਜੋ ਉਹਨਾਂ ਨੇ ਸਿਧਾਂਤ ਕਿਹਾ ਸੀ ਕਿ ਨਾਮ ਜਪਣਾ, ਕਿ ਉਸ ਪ੍ਰਭੂ ਪਰਮਾਤਮਾ ਦਾ ਨਾਮ ਜ਼ਰੂਰ ਜਪਣਾ, ਸਿਮਰਨ ਭਗਤੀ 'ਤੇ ਜ਼ਰੂਰ ਜ਼ੋਰ ਦਿੱਤਾ, ਕਿਉਂਕਿ ਗੁਰਬਾਣੀ 'ਚ ਲਿਖਿਆ ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ, ਜਿਤਨਾ ਵੀ ਸੰਸਾਰ ਬਣਿਆ ਉਹ ਨਾਮ ਤੇ ਕਾਰਨ ਹੀ ਬਣਿਆ, ਅਤੇ ਪ੍ਰਭੂ ਪਰਮਾਤਮਾ ਦਾ ਨਾਮ, ਉਸ ਦੀ ਭਗਤੀ ਕਦੀ ਨਹੀਂ ਛੱਡਣੀ। ਔਰ ਤੀਸਰਾ ਹੈ ਵੰਡ ਕੇ ਛਕਣਾ। ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਉਹ ਸਿੱਖ ਹੈ ਜਿਹੜਾ ਆਪਣੀ ਕਮਾਈ ਦੇ ਵਿੱਚੋਂ ਦਸਵੰਧ ਕੱਢ ਕੇ ਜ਼ਰੂਰਤਮੰਦ ਨੀਡੀ ਲੋਕ ਜਿਹੜੇ ਹਨ, ਭੁੱਖੇ ਸਾਧੂ ਸੰਗਤ ਜਿਹੜੀ ਵੀ ਹੈ, ਚਾਹੇ ਉਹ ਗੁਰਦੁਆਰੇ ਮੰਦਰ ਮਸਜਿਦ ਕਿਤੇ ਵੀ ਹੋਵੇ, ਚਾਹੇ ਕੋਈ ਵੀ ਇਨਸਾਨੀਅਤ ਹੈ, ਉਹਨਾਂ ਦੀ ਮਦਦ ਕਰਨਾ, ਚਾਹੇ ਸਮਾਨ ਦੇ ਕੇ, ਚਾਹੇ ਪੈਸਾ ਦੇ ਕੇ, ਚਾਹੇ ਕਿਸੇ ਵੀ ਤਰ੍ਹਾਂ ਮਦਦ ਕਰਨੀ, ਇਹ ਗੁਰੂ ਸਾਹਿਬਾਂ ਨੇ ਸਿਖਾਇਆ। ਇਹ ਸਿਧਾਂਤ ਗੁਰੂ ਸਾਹਿਬ ਨੇ ਚਲਾਏ ਸਨ, ਅਤੇ ਉਹਨਾਂ ਸਿਧਾਂਤਾਂ ਨੂੰ ਗੁਰੂ ਸਾਹਿਬ ਤੋਂ ਬਾਅਦ ਜਿੰਨੇ ਵੀ ਗੁਰੂ ਹੋਏ ਹਨ ਉਹਨਾਂ ਨੇ ਅਪਣਾਇਆ ਅਤੇ ਦ੍ਰਿੜ ਕਰ ਦਿੱਤਾ, ਅਤੇ ਦ੍ਰਿੜ ਕਰਕੇ ਉਹਨਾਂ ਹੀ ਸਿਧਾਂਤਾਂ ਨੂੰ ਅੱਜ ਵੀ ਸਾਡੇ ਸਿੱਖ, ਸਾਡੇ ਸ਼ਰਧਾਲੂ, ਸਾਡੇ ਭਾਈ ਜਿਹੜੇ ਹਨ ਉਹ ਵੀ ਮੰਨ ਰਹੇ ਹਨ ਅਤੇ ਅੱਗੇ ਜੀਵਨ ਵੀ ਨਿਰਵਾਹ ਕਰ ਰਹੇ ਹਨ। ਦੋਸਤੋ, ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ 'ਤੇ ਵਿਚਾਰਾਂ ਕਰਦਿਆਂ ਕਰਦਿਆਂ ਮਨੁੱਖ ਖਤਮ ਹੋ ਸਕਦੇ ਆ, ਪਰ ਗੁਰੂ ਦੀ ਵਡਿਆਈ, ਗੁਰੂ ਦੀ ਬਖਸ਼ਿਸ਼, ਗੁਰੂ ਦੀ ਮਹਿਮਾ ਇਹ ਕਦੇ ਵੀ ਖਤਮ ਨਹੀਂ ਹੋ ਸਕਦੀ। ਅਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਜੀਵਨ 'ਤੇ ਇਹ ਸਾਡਾ ਵਿਚਾਰਾਂ ਦਾ ਸਿਲਸਿਲਾ ਇਸੇ ਤਰ੍ਹਾਂ ਨਿਰੰਤਰ ਜਾਰੀ ਰਹੇਗਾ, ਔਰ ਅੱਗੇ ਇਸ ਤੋਂ ਜੋ ਵਿਚਾਰਾਂ ਦੀ ਲੜੀ ਹੈ ਉਹ ਅਸੀਂ ਨਿਰੰਤਰ ਆਪ ਜੀ ਦੇ ਰੂਬਰੂ ਲੈ ਕੇ ਪਹੁੰਚਦੇ ਰਹਾਂਗੇ। ਔਰ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਕਿਉਂਕਿ ਗੱਲਾਂ ਬਹੁਤ ਸਾਰੀਆਂ ਕਰਨ ਵਾਲੀਆਂ,
ਪਰ ਸਮੇਂ ਦੀ ਇੱਕ ਆਪਣੀ ਸੀਮਾ ਹੁੰਦੀ ਹੈ। ਬਾਕੀ ਦੀਆਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੇ ਵਿਚਾਰਾਂ ਇਸ ਤੋਂ ਬਾਅਦ ਅਸੀਂ ਅਗਲੇ ਸ਼ੋਆਂ ਵਿੱਚ ਨਿਰੰਤਰ ਕਰਦੇ ਰਹਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਸਾਨੂੰ ਕੀ ਪ੍ਰੇਰਨਾਵਾਂ ਮਿਲਦੀਆਂ, ਕੀ ਸਿੱਖਿਆਵਾਂ ਮਿਲਦੀਆਂ, ਕਿਵੇਂ ਅਸੀਂ ਸਤਿਗੁਰਾਂ ਦੇ ਜੀਵਨ ਤੋਂ ਕੁਝ ਨਵਾਂ ਕੁਝ ਚੰਗਾ ਸਿੱਖ ਕੇ ਇਸ ਸਮਾਜ ਲਈ ਕਲਿਆਣਕਾਰੀ ਮਾਹੌਲ ਸਿਰਜ ਸਕਦੇ ਹਾਂ। ਉਹ ਸਾਰੀਆਂ ਗੱਲਾਂ ਅਸੀਂ ਅਗਲੇ ਪ੍ਰੋਗਰਾਮਾਂ 'ਚ ਕਰਨੀਆਂ। ਵੀਰ ਜੀ ਤੁਸੀਂ ਇਸ ਪ੍ਰੋਗਰਾਮ 'ਚ ਵਿਚਾਰਾਂ ਕੀਤੀਆਂ, ਧੰਨਵਾਦ। ਬਾਕੀ ਫਿਰ ਵੀ ਅੱਗੇ ਤੋਂ ਇਸੇ ਤਰ੍ਹਾਂ ਆਉਂਦੇ ਰਹਿਣਾ। ਬਹੁਤ ਬਹੁਤ ਧੰਨਵਾਦ ਸਰਦਾਰ ਗੁਰਵੇਲ ਸਿੰਘ ਜੀ, ਤੁਸੀਂ ਬੁਲਾ ਕੇ ਮੇਰੇ ਵਿਚਾਰ ਜੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਮਨੁੱਖ ਵੈਸੇ ਵਿਚਾਰ ਨਹੀਂ ਦੇ ਸਕਦਾ ਕਿਉਂਕਿ ਗੁਰੂਆਂ ਦਾ ਜੀਵਨ ਜੋ ਹੈ ਉਹ ਸਾਡੇ ਲਈ ਸਿਧਾਂਤਕ ਹੈ। ਅਸੀਂ ਉਸ 'ਤੇ ਅਮਲ ਕਰਨਾ ਹੈ, ਉਸ ਅਮਲ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਉਣਾ ਹੈ ਅਤੇ ਚੰਗੇ ਅਤੇ ਨੇਕ ਸਿੱਖ ਬਣ ਕੇ ਗੁਰੂ ਸਾਹਿਬ ਦੇ ਜੀਵਨ ਵਿੱਚ ਆਪਣੀ ਸੱਚੀ ਸ਼ਰਧਾਂਜਲੀ ਭੇਟ ਕਰਨੀ ਹੈ। ਔਰ ਅਖੀਰ 'ਤੇ ਮੈਂ ਸਾਰੇ ਦਰਸ਼ਕਾਂ ਨੂੰ ਇਹੀ ਕਹਾਂਗਾ ਕਿ ਜਿੰਨੇ ਵੀ ਗੁਰੂਆਂ ਦੇ ਸਿਧਾਂਤ ਹਨ ਉਹਨਾਂ ਨੂੰ ਅਪਣਾਈਏ। ਅੱਜ ਜੋ ਲੋੜ ਹੈ ਜਗਤ ਵਿੱਚ, ਸੰਸਾਰ ਵਿੱਚ, ਉਹ ਪੂਰੀ ਕਰੀਏ ਅਤੇ ਜਿੱਥੇ ਜਿੱਥੇ ਵੀ ਸਾਨੂੰ ਲੋਕਾਂ ਦੀ ਮਦਦ ਦੀ ਜ਼ਰੂਰਤ ਪੈਂਦੀ ਹੈ ਉਹ ਜ਼ਰੂਰ ਕਰੀਏ। ਅਤੇ ਗੁਰਵੇਲ ਸਿੰਘ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਅਤੇ ਪ੍ਰੋਗਰਾਮ ਤੋਂ ਮੈਂ ਵੀ ਆਪ ਦੀ ਇਜਾਜ਼ਤ ਲੈਣਾ ਚਾਹਾਂਗਾ ਅਤੇ ਅੱਗੇ ਫਿਰ ਪ੍ਰੋਗਰਾਮ ਲਈ ਜ਼ਰੂਰ ਹਾਜ਼ਰ ਹੋਵਾਂਗੇ। ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।